ਸਤਿ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਗਗਨਿ ਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ। ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤਾ। ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਰਮ ਸਨਮਾਨਯੋਗ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਅਤੀ ਵਡਭਾਗੇ ਜਨ ਹੋ। ਸਤਿਗੁਰੂ ਸੱਚੇ ਪਾਤਸ਼ਾਹ ਵਾਲੀਏ ਕੁਲ ਆਲਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਹਾਜ਼ੂਰੀ ਦੇ ਅੰਦਰ ਜੁੜਵਿਲ ਬੈਠ ਕੇ ਅਲਾਹੀ ਦਰਗਾਹੀ ਬਾਣੀ ਦੇ ਨਾਲ ਜੁੜ ਕੇ ਉਸ ਪਰਮਾਤਮਾ ਜੀਆਂ ਦੀ ਵਾਹਿਗੁਰੂ ਜੀ ਦੀ ਇਬਾਦਤ ਦੇ ਨਾਲ ਜੁੜਦਿਆਂ ਹੋਇਆਂ ਸਿਫਤ ਸਲਾਹਾਂ ਕਰਦਿਆਂ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਪਏ ਕਰ ਰਹੇ ਹਾਂ। ਵਿਚਾਰਾਂ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨੂੰ ਗਜਾਉਣਾ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਹਾਨ ਸਿੱਖ ਜਿਨ੍ਹਾਂ ਨੇ ਗੁਰਧਾਮਾਂ ਦੀ ਪਵਿੱਤਰਤਾ ਦੇ ਲਈ, ਜਿਨ੍ਹਾਂ ਨੇ ਗੁਰਧਾਮਾਂ ਦੀ ਸਿਧਾਂਤਕ ਤੌਰ ਦੇ ਉੱਤੇ ਵਿਚਾਰਧਾਰਾ ਗੁਰਮਤਿ ਦੀ ਵਿਚਾਰਧਾਰਾ ਉਸ ਨੂੰ ਦ੍ਰਿੜ ਕਰਾਉਣ ਦੇ ਲਈ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਹ ਖੂਨ ਭਿੱਜੀ ਦਾਸਤਾਨ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਸ ਸਮੇਂ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਸਨਮੁਖ ਹੋ ਕੇ ਤੇ ਬੜੇ ਪ੍ਰੇਮ ਅਦਬ ਦੇ ਨਾਲ ਉਹਨਾਂ ਗੁਰਸਿੱਖਾਂ ਵੱਲੋਂ ਤਿਆਰ ਕੀਤਾ ਹੋਇਆ ਅਰਦਾਸ ਦਾ ਖਰੜਾ ਜਿਹੜਾ ਹੈ, ਅਰਦਾਸ ਦੀ ਜੋ ਲਾਈਨਾਂ ਨੇ, ਉਸ ਨੂੰ ਜੇ ਗੌਹ ਦੇ ਨਾਲ ਪੜ੍ਹੀਏ, ਜੇ ਗੌਹ ਦੇ ਨਾਲ ਸੁਣੀਏ ਤਾਂ ਇੱਕ ਇੱਕ ਅੱਖਰ ਜਿਹੜਾ ਹੈ ਨਾ ਉਹ ਆਪਣੇ ਵਿੱਚ ਇੱਕ ਇਤਿਹਾਸ ਹੈ। ਇੱਕ ਇੱਕ ਅੱਖਰ ਜਿਹੜਾ ਹੈ ਆਪਣੇ ਵਿੱਚ ਇੱਕ ਇਤਿਹਾਸ ਸਮੋਈ ਬੈਠਾ ਹੈ। ਤੇ ਜਦੋਂ ਅਸੀਂ
ਇਹ ਪੜ੍ਹਦੇ ਆ ਨਾ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ। ਹਰ ਇੱਕ ਚੀਜ਼, ਹਰ ਇੱਕ ਪਹਿਲੂ, ਹਰ ਇੱਕ ਅੱਖਰ, ਹਰ ਇੱਕ ਬੋਲ ਇੱਕ ਇਤਿਹਾਸ ਹੈ। ਅੱਜ ਅਸੀਂ ਉਸ ਸਾਕੇ ਦੀ ਗੱਲ ਕਰਨੀ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਜੋ 1921 ਈਸਵੀ ਨੂੰ 21 ਫਰਵਰੀ 1921 ਈਸਵੀ ਨੂੰ ਜਿਹੜਾ ਹੈ ਉੱਥੇ ਜੋ ਕਤਲੇਆਮ ਹੋਇਆ, ਕਿਵੇਂ ਜਿਹੜਾ ਹੈ ਸਿੱਖਾਂ ਨੂੰ ਜਿਹੜਾ ਧੋਖੇ ਦੇ ਨਾਲ ਕਤਲ ਕੀਤਾ ਗਿਆ, ਕਿਵੇਂ ਸਾੜਿਆ ਗਿਆ। ਤੇ ਆਹ ਸਨ ਜਿਹੜਾ ਹੈ 2021 100ਵੀਂ ਸ਼ਤਾਬਦੀ, 100 ਸਾਲ ਜਿਹੜੇ ਨੇ ਅੱਜ 21 ਤਰੀਕ ਨੂੰ ਜਿਹੜੇ ਨੇ ਇਸ ਸਾਕੇ ਨੂੰ ਹੋ ਜਾਣੇ ਨੇ। ਸਾਕਾ ਲਫ਼ਜ਼ ਜਦੋਂ ਅਸੀਂ ਮਹਾਨ ਕੋਸ਼ ਨੂੰ ਪੜ੍ਹਦੇ ਹਾਂ ਨਾ, ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਕਹਿੰਦੇ ਨੇ ਸਾਕਾ ਉਹ ਲਫ਼ਜ਼ ਹੈ ਕਿ ਇਤਿਹਾਸ ਦੇ ਵਿੱਚ ਕੁਝ ਐਸੀ ਘਟਨਾ ਵਾਪਰੀ ਹੋਵੇ ਜੋ ਬਹੁਤ ਪ੍ਰਸਿੱਧ ਹੋਵੇ, ਨਾ ਭੁੱਲਣ ਯੋਗ ਹੋਵੇ, ਉਸ ਨੂੰ ਸਾਕਾ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਤੇ ਇਸ ਤੱਕ ਪਹੁੰਚਣ ਵਾਸਤੇ 1921 ਤੱਕ ਪਹੁੰਚਣ ਵਾਸਤੇ ਸਾਨੂੰ ਪਿਛੋਕੜ ਵਿੱਚ ਹੱਥ ਮਾਰਨੀ ਪਈ ਵੀ ਇਸ ਦੇ ਕਾਰਨ ਕੀ ਸਨ, ਕਿਉਂ ਇਹ ਸਾਕਾ ਵਾਪਰਿਆ। ਬੜੀ ਤਵੱਜੋ ਦੇ ਕੇ ਜਿਹੜਾ ਹਰ ਇੱਕ ਗੱਲ ਨੂੰ ਸਾਨੂੰ ਸਮਝਣਾ ਪਏਗਾ, ਤਾਂ ਜਿਹੜੀ ਇਹ ਗੱਲ ਪਕੜ ਦੇ ਵਿੱਚ ਆਵੇਗੀ। ਨਨਕਾਣਾ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਸਮੇਂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਕਾਫੀ ਸਮਾਂ ਮੇਰੇ ਮਾਲਕ ਜੀਆਂ ਨੇ ਉੱਥੇ ਬਤੀਤ ਕੀਤਾ, ਕਈਆਂ ਨੂੰ ਉਪਦੇਸ਼ ਦਿੱਤੇ, ਬੜੀਆਂ ਯਾਦਾਂ ਜਿਹੜੀਆਂ ਹੈ ਉਸ ਨਨਕਾਣੇ ਸਾਹਿਬ ਨਾਲ ਜੁੜੀਆਂ, ਜਿਹਦਾ ਨਾਮ ਪਹਿਲੋਂ ਰਾਏ ਭੋਏ ਦੀ ਤਲਵੰਡੀ ਸੀ। ਰਾਏ ਬੁਲਾਰ ਦੇ ਪਿਤਾ ਦੇ ਨਾਮ ਦੇ ਉੱਤੇ ਹੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀਗਾ। ਹੁਣ ਜਿਸ ਸਮੇਂ ਉਹ ਗੱਲ ਜਿਹੜੀ ਚੱਲਦੀ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਜਿਹੜੇ ਨੇ, ਜਦੋਂ 20 ਰੁਪਈਆਂ ਦਾ ਸੌਦਾ ਗੁਰੂ ਸਾਹਿਬ ਜੀ ਕਰ ਆਉਂਦੇ ਨੇ ਤੇ ਆ ਕੇ ਝਿੜਕ ਮਾਰਦੇ ਨੇ, ਤੇ ਇੱਥੋਂ ਤੱਕ ਕੀ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਸਾਹਿਬ ਜੀ ਦੀ ਮੁੱਖ ਦੇ ਉੱਤੇ ਥੱਪੜ ਵੀ ਮਾਰ ਦਿੰਦੇ ਨੇ। ਰਾਏ ਬੁਲਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਕਿਉਂਕਿ ਰਾਏ ਬੁਲਾਰ ਉਸ ਸਮੇਂ ਦਾ ਬਾਦਸ਼ਾਹ, ਉਸ ਸਮੇਂ ਦਾ ਚੌਧਰੀ ਰਾਜਾ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮੁਰੀਦ ਸੀਗਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਹਰ ਇੱਕ ਕੌਤਕ ਨੂੰ ਉਸਨੇ ਬੜੇ ਨੇੜਤਾ ਦੇ ਨਾਲ ਦੇਖਿਆ ਸੀ ਤੇ ਬੜਾ ਪ੍ਰੇਮ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ। ਜਦੋਂ ਇਹ ਗੱਲ ਪਤਾ ਚੱਲੀ ਤੇ ਜਾ ਕੇ ਪੁੱਛਣਾ ਕੀਤਾ, ਕਾਰਨ ਪਤਾ ਕੀਤਾ, ਕਹਿਣ ਲੱਗੇ ਇਹਨਾਂ ਨੇ 20 ਰੁਪਏ ਜਿਹੜੇ ਨੇ ਨਾ, ਉਹ ਅਜਾਈ ਜਿਹੜੇ ਨੇ ਕਿਸੇ ਨੂੰ ਐਵੇਂ ਹੀ ਲੰਗਰ ਛਕਾ ਆਏ ਨੇ। ਜਦੋਂ ਮੈਂ ਤਾਂ ਕਲਿਆਣ ਜਾਨ ਨੇ ਦੱਸਿਆ ਵੀ ਕਾਰਨ ਕੀ ਹੈ ਝਿੜਕਣ ਦਾ, ਮੈਂ ਕਿਉਂ ਝਿੜਕ ਰਿਹਾ, ਉਹ ਕਹਿਣ ਲੱਗੇ ਕਲਿਆਣ ਦਾਸ ਤੂੰ 20 ਦੇ ਮੇਰੇ ਕੋਲ 40 ਲੈ ਲੈ, ਪਰ ਅੱਜ ਤੋਂ ਬਾਅਦ ਮੇਰੇ ਗੁਰੂ ਨਾਨਕ ਨੂੰ ਕੁਝ ਨਾ ਕਹੀਂ, ਅੱਜ ਤੋਂ ਬਾਅਦ ਮੇਰੇ ਗੁਰੂ ਨਾਨਕ ਨੂੰ ਜਿਹੜਾ ਕੁਝ ਨਾ ਕਹੀਂ। ਇੱਥੋਂ ਤੱਕ ਉਸਨੇ ਗੱਲ ਕਹਿ ਦਿੱਤੀ, ਕਹਿਣ ਲੱਗਾ ਵੀ ਮੇਰਾ ਗੁਰੂ ਨਾਨਕ ਜੇ ਪੂਰੇ ਤਲਵੰਡੀ ਨੂੰ ਵੀ ਦਾਅ ਤੇ ਲਾ ਦੇਵੇ ਨਾ, ਮੈਂ ਉਹ ਵੀ ਤਿਆਰ ਹਾਂ। ਵੀ ਪੂਰੀ ਤਲਵੰਡੀ ਨੂੰ ਵੀ ਦਾਅ ਦੇ ਉੱਤੇ ਲਾ ਦੇਵੇ ਕਿਸੇ ਕੰਮ ਵੱਸ, ਤੇ ਮੈਂ ਉਹ ਵੀ ਤਿਆਰ ਹਾਂ। ਇੰਨਾ ਪ੍ਰੇਮ ਦੇ ਵਿੱਚ ਆਇਆ, ਕਹਿਣ ਲੱਗਾ ਕਿ ਮੇਰੇ ਪਿਤਾ ਨੇ ਇਹ ਜਗੀਰਾਂ, ਇਹ ਜਾਇਦਾਦਾਂ ਖੋ ਕੇ ਪਾਪ ਕਰਮ ਕਰਕੇ ਜਿਹੜਾ ਹੈ ਇੰਨੀਆਂ ਜੋੜੀਆਂ ਨੇ, ਤੇ ਮੈਂ ਇਹਨਾਂ ਨੂੰ ਪਵਿੱਤਰ ਕਰ ਲਵਾਂ, ਤੇ ਉਹਨੇ ਨਾਮ ਹੀ ਨਨਕਾਣਾ ਰੱਖ ਦਿੱਤਾ ਵੀ ਕੋਈ ਯਾਦ ਰਹਿ ਹੀ ਨਾ ਜਾਵੇ ਮੇਰੇ ਪਿਤਾ ਦੀ। ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਜਿਵੇਂ ਜਿਵੇਂ ਜਿਹੜਾ ਹੈ ਸਿੱਖੀ ਦਾ ਪ੍ਰਚਾਰ ਹੋਣ ਲੱਗਾ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਗੁਰੂ ਸਾਹਿਬ ਜੀ ਨੇ ਜਿਹੜਾ ਸਿੱਖੀ ਦਾ ਪ੍ਰਚਾਰ, ਗੁਰਮੁਖ ਲਿਪੀ ਜਿਹੜੀ ਹੈ ਹੋਰ ਜਿਹੜੀ ਪ੍ਰਫੁੱਲਤ ਕੀਤੀ, ਹਰ ਇੱਕ ਘਰ ਘਰ ਦੇ ਵਿੱਚ ਜਿਹੜਾ ਹੈ ਗੁਰਮੁਖ ਲਿਪੀ ਦਾ ਜਿਹੜਾ ਪ੍ਰਚਾਰ ਕੀਤਾ ਗੁਰੂ ਸਾਹਿਬ ਜੀ ਨੇ।
ਜਦੋਂ ਇਹ ਪ੍ਰਚਾਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੱਕ ਪਹੁੰਚਿਆ, ਜਦੋਂ ਸਿੱਖੀ ਦਾ ਦਾਇਰਾ ਹੋਰ ਵਧਣ ਲੱਗਾ ਤੇ ਗੁਰੂ ਸਾਹਿਬ ਜੀ ਨੇ ਜਿਹੜਾ ਹੈ ਉਸ ਸਮੇਂ 52 ਮੰਜੀਆਂ ਜਿਹੜੀਆਂ ਨੇ ਸਥਾਪਿਤ ਕੀਤੀਆਂ, ਪ੍ਰਚਾਰਕ ਸਥਾਪਿਤ ਕੀਤੇ, ਜਿਹੜੇ ਮੰਜੀ ਦੇ ਉੱਤੇ ਬੈਠ ਕੇ ਤੇ ਸਿੱਖੀ ਸਿਧਾਂਤਾਂ ਨੂੰ ਜਿਹੜਾ ਦ੍ਰਿੜ ਕਰਾਉਂਦੇ ਸਨ ਸੰਗਤਾਂ ਨੂੰ। 52 ਮੰਜੀਆਂ ਦੇ ਉਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਮਸੰਦ ਪ੍ਰਥਾ ਜਿਹੜੀ ਆਰੰਭ ਕੀਤੀ। ਮਸੰਦ ਉਹ ਸਨ ਜਿਹੜੇ ਸਿੱਖੀ ਦਾ ਪ੍ਰਚਾਰ ਵੀ ਕਰਿਆ ਕਰਦੇ ਸਨ ਤੇ ਸਿੱਖਾਂ ਦੇ ਪਾਸੋਂ ਜਿਹੜਾ ਹੈ ਦਸਵੰਧ ਵੀ ਉਗਰਾ ਕੇ ਲੈ ਕੇ ਆਇਆ ਕਰਦੇ ਸਨ। ਤੇ ਜਿਸ ਸਮੇਂ ਜਿਹੜਾ ਹੈ ਇਹ ਪ੍ਰਚਾਰ ਚੱਲਦਾ ਰਿਹਾ, ਸਮੇਂ ਸਿਰ ਜਿਹੜੇ ਨੇ ਉਸ ਸਮੇਂ ਦੇ ਪ੍ਰਚਾਰਕ ਮਸੰਦ ਜਿਹੜੇ ਸਨ ਤੇ ਉਹ ਵੀ ਜਿਹੜੇ ਨੇ ਉਗਰਾਹੀ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਪਾਸ ਆਇਆ ਕਰਦੇ ਸਨ। ਤੇ ਜਦੋਂ ਜਿਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ ਨਾ, ਤੇ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਚੱਲ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਦੌਰਾਨ ਗੁਰੂ ਸਾਹਿਬ ਜੀ ਨੇ ਇੱਕ ਗੱਲ ਦੇਖੀ ਵੀ ਮਸੰਦ ਜਿਹੜੇ ਨੇ ਉਹ ਚੂਨਾ ਘੱਟ ਪਾ ਰਹੇ। ਤੇ ਗੁਰੂ ਸਾਹਿਬ ਜੀ ਨੇ ਕਾਰਨ ਪੁੱਛਣਾ ਕੀਤਾ, ਕਹਿਣ ਲੱਗੇ ਤੁਸੀਂ ਇਹ ਕੀ ਕਰਦੇ ਪਏ ਹੋ? ਕਹਿਣ ਲੱਗੇ ਗੁਰੂ ਸਾਹਿਬ ਜੀ ਖਰਚਾ ਬਹੁਤ ਜ਼ਿਆਦਾ ਹੈ ਤੇ ਮਟੀਰੀਅਲ ਘੱਟ ਹੈ। ਤੇ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਨੀਅਤ ਸਾਫ਼ ਹੋਵੇ ਨਾ। ਉਸ ਸਮੇਂ ਤੋਂ ਇਹਨਾਂ ਦੀ ਜਿਹੜੀ ਹੈ ਉਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਗੁਰੂ ਸਾਹਿਬ ਜੀ ਕਹਿਣ ਲੱਗੇ ਨੀਅਤ ਰਾਸ ਹੋਵੇ ਤੇ ਗੁਰੂ ਅੱਗੇ ਅਰਦਾਸ ਹੋਵੇ ਨਾ, ਹਰ ਇੱਕ ਕਾਰਜ ਸੁਚਮਤਾ ਦੇ ਨਾਲ, ਪਵਿੱਤਰਤਾ ਦੇ ਨਾਲ ਜਿਹੜਾ ਸਿਰੇ ਚੜ੍ਹ ਜਾਂਦਾ। ਤੇ ਇਹ ਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਇਆ, ਉਦੋਂ ਚੱਲਦੇ ਗਏ। ਤੇ ਉਸ ਤੋਂ ਬਾਅਦ ਬਹੁਤ ਇਹਨਾਂ ਦੇ ਵਿੱਚ ਨਿਗਰਤਾ ਜਿਹੜੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਇਹਨਾਂ ਦੇ ਵਿੱਚ ਨਿਗਰਤਾ ਬਹੁਤ ਜ਼ਿਆਦਾ ਆ ਗਈ ਸੀ। ਇਹਨਾਂ ਨੇ ਜਿਹੜਾ ਸਿੱਖੀ ਦੇ ਪ੍ਰਚਾਰ ਦਾ ਪੈਸਾ ਜਿਹੜਾ ਹੈ ਨਾ, ਉਹ ਆਪਣੇ ਉੱਤੇ ਵਰਤਣਾ ਸ਼ੁਰੂ ਕਰ ਦਿੱਤਾ ਸੀ। ਸਿੱਖਾਂ ਕੋਲੋਂ ਜ਼ਬਰਦਸਤੀ ਖੋ ਕੇ ਇਹ ਜਿਹੜਾ ਪੈਸਾ ਲਿਆ ਕਰਦੇ ਸਨ ਵੀ ਅਸੀਂ ਮਸੰਦ ਆ, ਵੀ ਸਾਨੂੰ ਜਿਹੜਾ ਹੈ ਇਹ ਚੀਜ਼ ਦਿਓ। ਦੇਖੋ ਗੁਰੂ ਪਿਆਰ ਵਾਲਿਓ, ਹਰ ਇੱਕ ਸੰਸਥਾ ਜਿਹੜੀ ਹੁੰਦੀ ਹੈ ਨਾ, ਉਸ ਸੰਸਥਾ ਦੇ ਵਿੱਚ ਉਹ ਸਾਰੇ ਮਾੜੇ ਨਹੀਂ ਹੁੰਦੇ, ਕੁਝ ਮਾੜੇ ਹੁੰਦੇ ਨੇ ਤੇ ਕੁਝ ਚੰਗੇ ਹੁੰਦੇ ਨੇ। ਜੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਦਾ ਜੀਵਨ ਦੇਖ ਕੇ ਮਸੰਦ ਬਣਾਇਆ, ਉਹਨਾਂ ਦੀ ਗਾਂ ਪੀੜ੍ਹੀ ਜਿਹੜੀ ਹੈ ਨਾ ਉਹ ਨਿਗਰਤਾ ਦੇ ਵਿੱਚ ਆ ਗਈ ਸੀ। ਵੀ ਲਾਲਚ ਦੇ ਵਸ ਹੋ ਕੇ ਜਿਹੜਾ ਹੈ ਇਹ ਕਰਮ ਜਿਹੜਾ ਹੈ ਉਹਨਾਂ ਨੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਸਨ। ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਮਸੰਦ ਪ੍ਰਥਾ ਜਿਹੜੀ ਹੈ ਉਹ ਬੰਦ ਕਰਾ ਦਿੱਤੀ ਸੀ ਵੀ ਕੋਈ ਵੀ ਸਿੱਖ ਜਿਹੜਾ ਹੈ ਉਹ ਸਿੱਧੀ ਭੇਟਾ ਗੁਰੂ ਕੋਲ ਲੈ ਕੇ ਆਵੇਗਾ, ਵੀ ਵਿੱਚ ਵਿਚੋਲੀਆ ਕੋਈ ਨਹੀਂ ਹੋਣਾ। ਤੇ ਜਿਹੜੇ ਮਸੰਦ ਭਾਈ ਫੂਲ ਸਿੰਘ ਜੀ ਫੂਲ ਸਿੰਘ ਵਰਗੇ ਵੀ ਨਹੀਂ ਨਾ, ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਦੇ ਨਾਲ ਲਾਇਆ, ਜਿਹੜੇ ਚੰਗੇ ਵੀ ਨੇ। ਤੇ ਜਿਹੜੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਜਿਹੜਾ ਹੈ ਮਹਾਨ ਸਮਝ ਕੇ ਬੈਠ ਗਏ ਸਨ, ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਨੇ ਗੁਰੂ ਸਾਹਿਬ ਜੀ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਹੈ ਸਿੱਖ ਰਾਜ ਦੀ ਜਿਹੜੀ ਹੈ ਸਥਾਪਨਾ ਉਸ ਸਮੇਂ ਕਰ ਦਿੱਤੀ, ਕਿਉਂਕਿ ਮੁਗਲ ਰਾਜ ਦੇ ਵਿੱਚ ਇੱਕ ਰਾਜ ਬਣਾ ਦੇਣਾ, ਇੱਕ ਨਵਾਂ ਸਿੱਕਾ ਚਲਾ ਦੇਣਾ, ਆਪਣਾ ਸਿੱਕਾ, ਤੇ ਉਸ ਸਿੱਕੇ ਦੇ ਉੱਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲਿਖਣਾ। ਉਸ ਤੋਂ ਬਾਅਦ ਜਿਹੜਾ ਹੈ ਕੁਝ ਸਮਾਂ ਵਿਖੜਾ ਪੈਂਡਾ ਸਿੱਖੀ ਦੇ ਉੱਤੇ ਆਣ ਢੁੱਕਿਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਲ ਅਨੇਕਾਂ ਸਿੱਖਾਂ ਨੂੰ ਵੀ ਜਿਹੜਾ ਸ਼ਹੀਦ ਜਿਹੜਾ ਉਹ ਕੀਤਾ ਗਿਆ। ਉਸ ਤੋਂ ਉਪਰੰਤ ਹਰ ਇੱਕ ਸਿੱਖ ਦੇ ਜਿਹੜਾ ਹੈ ਘਰ ਦੇ ਉੱਤੇ ਅਟੈਕ ਹੋਣ ਲੱਗ ਪਿਆ, ਹਰ ਇੱਕ ਸਿੱਖ ਨੂੰ ਮਾਰਿਆ ਜਾਣ ਲੱਗ ਪਿਆ। ਇੱਥੋਂ ਤੱਕ ਵੀ ਉਹਨਾਂ ਦੇ ਸਿਰਾਂ ਦੇ ਮੁੱਲ ਵੀ ਉਸ ਸਮੇਂ ਸਿੱਖਾਂ ਦੇ ਪਏ, ਵੀ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ 50 ਰੁਪਏ ਉਸ ਸਮੇਂ ਦੇ, ਜਿਹੜਾ ਦੱਸੇਗਾ ਵੀ ਸਿੱਖ ਇੱਥੇ ਹੈ ਉਹਨੂੰ 10 ਰੁਪਏ। ਤੇ ਉਸ ਸਮੇਂ ਜਿਹੜਾ ਹੈ ਨੌਜਵਾਨ ਬੇਟੀਆਂ ਵੀ ਜਿਹੜੀਆਂ ਸਨ ਨਾ ਛੋਟੀਆਂ, ਉਹਨਾਂ ਦੇ ਵੀ ਸਿਰ ਵੱਢ ਕੇ ਤੇ ਉਹਨਾਂ ਦੇ ਸਿਰ ਦੇ ਉੱਤੇ ਜੂੜਾ ਕਰਕੇ, ਤੇ ਤਾਂ ਵੀ ਜਿਹੜਾ ਹੈ ਲਾਲਚਵਸ ਹੋ ਕੇ ਲੋਕ ਜਿਹੜੇ ਨੇ ਉਹ ਪੇਸ਼ ਕਰਦੇ ਸਨ ਕਿ ਇਹ ਨੌਜਵਾਨ ਸਿੱਖ ਹੈ।
ਉੱਥੋਂ ਜਿਹੜੀਆਂ ਨੇ ਬੜੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਅਤੇ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ ਵੀ ਸਿੱਖਾਂ ਨੇ ਸਮੇਂ ਸਮੇਂ ਜਿਹੜਾ ਹੈ ਆਪਣੀ ਕੁਰਬਾਨੀ ਦਿੱਤੀ ਹੈ, ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਅਤੇ ਜਦੋਂ ਇਹ ਸਿਲਸਿਲਾ ਚੱਲਦਾ ਗਿਆ ਨਾ, ਅਤੇ ਸਿੱਖ ਘਰ ਤੋਂ ਬਾਹਰ ਹੋ ਗਏ। ਉਹਨਾਂ ਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ, ਉਸ ਸਮੇਂ ਦੀ ਜ਼ਾਲਮ ਸਰਕਾਰ ਨੇ, ਜ਼ਕਰੀਆ ਖਾਨ ਨੇ, ਮੀਰ ਮੰਨੂ ਵਰਗਿਆਂ ਨੇ ਜਿਹੜਾ ਹੈ ਉਹ ਇੰਨਾ ਮਜਬੂਰ ਕਰ ਦਿੱਤਾ ਗਿਆ ਵੀ ਸਿੱਖ ਜਿਹੜੇ ਨੇ ਆਪਣੇ ਘਰ ਘਾਟ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ। ਹੁਣ ਜਦੋਂ ਮੀਰ ਮੰਨੂ ਨੇ ਆਪਣੇ ਇੱਕ ਅਹਿਲਕਾਰ ਨੂੰ ਬੁਲਾ ਕੇ ਜਿਹੜਾ ਹੈ ਇਸ ਗੱਲ ਦੀ ਪੁਸ਼ਟੀ ਕੀਤੀ, ਜਿੱਥੋਂ ਅਸਲ ਦੇ ਵਿੱਚ ਗੱਲ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ, ਉਸਨੇ ਪੁਸ਼ਟੀ ਕੀਤੀ। ਉਹ ਕਹਿਣ ਲੱਗਾ, ਕਹਿੰਦਾ ਇਹਨਾਂ ਕੋਲ ਐਸੀ ਕੀ ਚੀਜ਼ ਹੈ ਵੀ ਹਜੇ ਤੱਕ ਵੀ ਜਿਉਂਦੇ ਨੇ ਤੇ ਸਾਡਾ ਮੁਕਾਬਲਾ ਕਰ ਰਹੇ ਨੇ। ਤੇ ਉਸ ਅਹਿਲਕਾਰ ਨੇ, ਜੋ CID ਕਹਿ ਲਈਏ, ਉਸਨੇ ਇਸ ਗੱਲ ਨੂੰ ਦੱਸਿਆ। ਕਹਿਣ ਲੱਗਾ, ਤੁਸੀਂ ਇਹਨਾਂ ਦੇ ਘਰ ਕਾਟ ਉਜਾੜ ਦਿੱਤੇ, ਇਹ ਜੰਗਲਾਂ ਦੇ ਵਿੱਚ ਚਲੇ ਗਏ, ਇਹਨਾਂ ਦੇ ਸਿਰਾਂ ਦੇ ਮੁੱਲ ਵੀ ਪਾ ਕੇ ਦੇਖ ਲਏ, ਇਹ ਤਾਂ ਵੀ ਨਹੀਂ ਮੁੱਕੇ। ਇਹਨਾਂ ਦੇ ਉੱਤੇ ਤੁਸੀਂ ਤਸ਼ੱਦਦ ਕਰਕੇ ਦੇਖ ਲਿਆ, ਇਹ ਤਾਂ ਵੀ ਨਹੀਂ ਖਤਮ ਹੋਏ। ਇਹ ਜੰਗਲਾਂ ਦੇ ਵਿੱਚ ਰਹਿੰਦੇ ਨੇ, ਇਹ ਹੱਟੀ ਦੇ ਉੱਤੇ ਵੀ ਨਹੀਂ ਜਾ ਸਕਦੇ ਵੀ ਇਹਨਾਂ ਨੂੰ ਖਤਰਾ, ਇਹ ਕਿਸੇ ਹੱਟੀ ਦੇ ਉੱਤੇ ਵੀ ਨਹੀਂ ਜਾ ਸਕਦੇ। ਇਹਨਾਂ ਨੂੰ ਖਾਣ ਵਾਸਤੇ ਰਸਦ ਜਿਹੜੀ ਹੈ ਉਹ ਵੀ ਬਹੁਤ ਥੋੜ੍ਹੀ ਹੈ। ਉਹ ਕਹਿਣ ਲੱਗਾ ਵੀ ਇਹ ਜਿਉਂਦੇ ਫਿਰ ਕਿਵੇਂ ਨੇ? ਉਹ ਕਹਿਣ ਲੱਗਾ, ਕਹਿੰਦਾ ਇਹ ਸਰੀਰਕ ਤਲ ਦੇ ਉੱਤੇ ਨਹੀਂ ਜਿਉਂਦੇ, ਆਤਮਿਕ ਬਲ ਦੇ ਉੱਤੇ ਜਿਉਂਦੇ ਨੇ। ਉਹ ਕਹਿਣ ਲੱਗਾ, ਕਿਵੇਂ? ਉਹ ਕਹਿਣ ਲੱਗਾ, ਇਹਨਾਂ ਦੇ ਕੋਲ ਸਿਰਫ ਇੱਕੋ ਇੱਕ ਆਤਮਿਕ ਬਲ, ਇਹਨਾਂ ਦਾ ਰਹਿਬਰ, ਇਹਨਾਂ ਦਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੇ ਕੋਲ ਨੇ। ਵੀ ਇਹ ਸਿਧਾਂਤ ਦੇ ਨਾਲ ਜੁੜੇ ਨੇ, ਇਹ ਗੁਰਬਾਣੀ ਦੇ ਨਾਲ ਜੁੜੇ ਨੇ। ਜਦ ਤੱਕ ਉਹ ਹੈ ਤਦ ਤੱਕ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਦ ਤੱਕ ਇਹਨਾਂ ਦੇ ਉੱਤੇ, ਜਦ ਤੱਕ ਇਹ ਗੁਰਬਾਣੀ ਨੂੰ ਪੜ੍ਹਦੇ ਨੇ, ਜਦੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਧਾਂਤ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਧਾਂਤ ਦੇ ਉੱਤੇ ਚੱਲ ਰਹੇ ਨੇ ਨਾ, ਸੰਤ ਸਿਪਾਹੀ ਦੇ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੇ ਨੇ, ਇਹਨਾਂ ਨੂੰ ਤੁਸੀਂ ਜੰਗਲਾਂ ਦੇ ਵਿੱਚ ਬੈਠਿਆਂ ਨੂੰ ਵੀ ਖਤਮ ਨਹੀਂ ਕਰ ਸਕਦੇ। ਕਿਉਂਕਿ ਇਹ ਆਤਮਿਕ ਦਾ ਬਲਵਾਨ ਨੇ, ਆਤਮਾ ਤੋਂ ਬਲਵਾਨ ਨੇ, ਸਰੀਰ ਤੋਂ ਭਾਵੇਂ ਜਿਵੇਂ ਦੇ ਮਰਜ਼ੀ ਨੇ। ਇਹਨਾਂ ਦੀ ਅੰਤਰੀਵ ਆਤਮਾ ਜਿਹੜੀ ਹੈ ਉਹ ਬਲਵਾਨ ਹੈ। ਹੁਣ ਇਹ ਸਿੱਧਾ ਜਿਹੜਾ ਉਸ ਦੇ ਦਿਮਾਗ ਦੇ ਵਿੱਚ ਇਸ ਗੱਲ ਨੂੰ ਫਿੱਟ ਕਰ ਦਿੱਤਾ ਗਿਆ ਵੀ ਗੁਰੂ ਧਾਮ ਜਿਹੜੇ ਨੇ ਨਾ ਇਹਨਾਂ ਦੇ, ਹੁਣ ਇਹਨਾਂ ਨੂੰ ਜਿਹੜਾ ਕਾਬਜ਼ ਕੀਤਾ ਜਾਵੇ, ਵੀ ਇਹਨਾਂ ਨੂੰ ਜਿਹੜਾ ਹੈ ਉੱਥੋਂ ਸ਼ਕਤੀ ਨਾ ਪ੍ਰਾਪਤ ਹੋਵੇ। ਇਹੋ ਗੱਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਂਗੇ ਵੀ ਅੰਗਰੇਜ਼ਾਂ ਦਾ ਰਾਜ ਕਿਵੇਂ ਆਇਆ ਤੇ ਕਿਵੇਂ ਉਹਨਾਂ ਨੇ ਪਾਲਿਸੀ ਖੇਡੀ, ਵੀ ਸਿੱਖਾਂ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਤੋੜਨ ਦੀ ਜਿਹੜੀ ਪ੍ਰਕਿਰਿਆ ਚਲਾਈ ਨਾ, ਅੱਜ ਤੱਕ ਚੱਲ ਰਹੀ ਹੈ। ਉੱਥੋਂ ਹੀ ਜਿਹੜਾ ਅਸੀਂ ਪਿਛੜ ਗਏ, ਬਹੁਤ ਜ਼ਿਆਦਾ ਪਿਛੜ ਗਏ। ਜਦੋਂ ਇਹ ਗੱਲਾਂ ਉਸਨੇ ਸੁਣੀਆਂ, ਫਿਰ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਚਾਹਿਆ, ਵੀ ਸਰੋਵਰ ਨੂੰ ਵੀ ਪੂਰ ਦਿੱਤਾ ਗਿਆ, ਵੀ ਇੱਥੋਂ ਇਹ ਅੰਮ੍ਰਿਤ ਛਕਦੇ ਨੇ, ਭਾਵ ਇੱਥੇ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਬਲ ਮਿਲਦਾ। ਪਹਿਲੋਂ ਜਿਹੜਾ ਪਹਿਰਾ ਲਗਾ ਦਿੱਤਾ ਗਿਆ, ਪਹਿਰਾ ਲਗਾ ਕੇ ਕਿਸੇ ਸਿੱਖ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਸੀ। ਸਿੱਖ ਨੂੰ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਅੰਦਰ ਨਹੀਂ ਆਉਣ ਦਿੱਤਾ ਜਾਂਦਾ ਸੀ। ਜੇ ਕੋਈ ਆਵੇ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਹੁਣ ਇੱਕ ਗੱਲ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ, ਸ਼ਾਇਦ ਪਹਿਲੋਂ ਵੀ ਆਪ ਜੀ ਦੇ ਨਾਲ ਇਸ ਗੱਲ ਦੀ ਸਪਸ਼ਟੀਕਰਨ ਕੀਤਾ ਹੈ ਆਪਾਂ, ਵੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋਤ ਜਗਦੀ ਹੈ, ਆਪ ਜੀ ਨੇ ਦੇਖੀ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋਤ ਜਗਦੀ ਹੋਣ ਦੇ ਕਾਰਨ ਅਸੀਂ ਉਹ ਹਵਾਲਾ ਲੈ ਕੇ ਆਪਣੇ ਘਰਾਂ ਦੇ ਵਿੱਚ ਵੀ ਜੋਤਾਂ ਜਗਾਈ ਜਾਂਦੇ ਹਾਂ ਤੇ ਹੋਰ ਗੁਰੂ ਘਰਾਂ ਦੇ ਵਿੱਚ ਵੀ ਜੋਤਾਂ ਜਗਾਈ ਜਾਂਦੇ ਹਾਂ। ਪਰ ਸਾਨੂੰ ਪਿਛੋਕੜ ਦਾ ਨਹੀਂ ਪਤਾ, ਇਤਿਹਾਸ ਦਾ ਨਹੀਂ ਪਤਾ ਵੀ ਉਹ ਕਿਉਂ ਜਗ ਰਹੀ ਹੈ, ਉਸ ਦੇ ਪਿੱਛੇ ਕਾਰਨ ਕੀ ਹੈ। ਇਹ ਕਾਰਨ ਉਸ ਸਮੇਂ ਦਾ ਹੈ ਜਦੋਂ ਜ਼ਕਰੀਆ ਖਾਨ ਵਰਗਿਆਂ ਨੇ ਜਿਹੜਾ ਹੈ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਰਾ ਲਗਾ ਰੱਖਿਆ, ਸਖਤ ਪਹਿਰਾ। ਉਸਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਕੋਈ ਸਿੱਖ ਰਹਿ ਹੀ ਨਹੀਂ ਗਿਆ, ਅਸੀਂ ਸਿੱਖਾਂ ਨੂੰ ਖੁਰਾ ਕੋਝ ਮਿਟਾ ਦਿੱਤਾ, ਕੋਈ ਸਿੱਖ ਨਹੀਂ, ਅਸੀਂ ਉਹਨਾਂ ਦੇ ਗੁਰਧਾਮਾਂ ਦੇ ਉੱਤੇ ਵੀ ਜਿਹੜਾ ਕਬਜ਼ਾ ਕਰ ਲਿਆ।
ਇਹ ਗੱਲਾਂ ਜਦੋਂ ਸਿੱਖਾਂ ਦੇ ਕੋਲ ਪਹੁੰਚੀਆਂ ਨਾ, ਤੇ ਉਹਨਾਂ ਨੇ ਆਪਣੀ ਅਣਖ, ਆਪਣਾ ਸਿਧਾਂਤ ਤੇ ਆਪਣੀ ਹੋਂਦ ਨੂੰ ਦਰਸਾਉਣ ਦੇ ਲਈ 3 ਸਿੱਖ ਜਿਹੜੇ ਨੇ ਉਹਨਾਂ ਨੇ ਵਿਉਂਤਬੰਦੀ ਬਣਾਈ। ਵਿਉਂਤਬੰਦੀ ਘੜ ਕੇ ਤੇ ਜੇ ਤੇ ਸਿੱਖੀ ਦੇ ਲਿਬਾਸ ਦੇ ਵਿੱਚ ਜਾਂਦੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਣਾ ਸੀ। ਹੁਣ 2 ਸਿੱਖ ਜਿਹੜੇ ਨੇ, ਉਹ ਇੱਕ ਜਿਹੜਾ ਏ ਉਹ ਭੰਡਾਂ ਦਾ ਲਿਬਾਸ ਧਾਰਨ ਕਰਕੇ ਨਾ, ਮੁਸਲਮਾਨ ਭੰਡਾਂ ਦਾ ਲਿਬਾਸ ਧਾਰਨ ਕਰਕੇ, ਤੇ 2 ਸਿੱਖ ਜਿਹੜੇ ਨੇ ਉਹ ਆਪਣਾ ਭੰਡਪੁਣਾ ਜਿਹੜਾ ਹੈ ਉਹ ਕਰਨ ਲੱਗ ਪਏ ਤੇ ਸਾਰੇ ਸਿਪਾਹੀਆਂ ਦਾ ਧਿਆਨ ਉੱਧਰ ਚਲੇ ਗਿਆ। ਹੁਣ ਸਾਰੇ ਸਿਪਾਹੀਆਂ ਦਾ ਧਿਆਨ ਜਦੋਂ ਉੱਧਰ ਗਿਆ ਤੇ ਇੱਕ ਸਿੱਖ ਜਿਹੜਾ ਹੈ ਉਸਨੇ ਇਸ ਚੀਜ਼ ਦਾ ਫਾਇਦਾ ਚੁੱਕਿਆ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਏ, ਉਹਨਾਂ ਨੇ ਇਸ਼ਨਾਨ ਕੀਤਾ, ਸਰੋਵਰ ਨੂੰ ਪਾਰ ਕੀਤਾ ਤੇ ਉੱਥੇ ਜੋਤ ਜਗਾਈ ਵੀ ਅਸੀਂ ਹੈਗੇ ਹਾਂ। ਸਾਡੀ ਹੋਂਦ ਦਾ ਇਹ ਜਿਹੜਾ ਹੈ ਪ੍ਰਤੱਖ ਪ੍ਰਮਾਣ ਹੈ ਵੀ ਸਿੱਖ ਜਿਉਂਦੇ ਨੇ। ਕਹਿੰਦੇ ਨੇ ਉਹਨਾਂ ਨੇ ਜੋਤ ਜਗਦੀ ਦੇਖੀ ਵੀ ਦੀਵਾ ਜਗਾ ਗਿਆ ਕੋਈ। ਕੌਣ ਜਗਾ ਗਿਆ? ਉਹਨਾਂ ਨੇ ਸਾਰੇ ਬੰਨੇ ਭਾਲ ਕੀਤੀ, ਕੋਈ ਨਹੀਂ ਲੱਭਾ। ਕਹਿੰਦੇ ਨੇ ਇੱਕ ਛੋਟਾ ਜਿਹਾ ਗਟਰ ਜਿਹੜਾ ਹੈ ਨਾ, ਛੋਟਾ ਜਿਹਾ ਕੋਈ ਚੀਜ਼ ਉੱਥੇ ਬਣੀ ਹੈ, ਕਹਿੰਦੇ ਨੇ ਉਹਦੇ ਵਿੱਚ ਜਾ ਕੇ ਲੁਕ ਜਾਇਆ ਕਰਦੇ ਸਨ। ਸਮਾਂ ਦੇਖ ਕੇ ਫਿਰ ਜੋਤ ਜਗਾਇਆ ਕਰਦੇ ਸਨ। ਕੁਝ ਦਿਨ ਇੱਦਾਂ ਹੀ ਚੱਲਦਾ ਰਿਹਾ, ਭੁੱਖਣ ਭਾਣੇ ਉੱਥੇ ਰਹੇ, ਪਰ ਆਪਣੀ ਹੋਂਦ ਦਾ ਜਿਹੜਾ ਹੈ ਉਹ ਪ੍ਰਗਟਾਵਾ ਕੀਤਾ, ਆਪਣੀ ਹੋਂਦ ਨੂੰ ਖਤਮ ਨਹੀਂ ਹੋਣ ਦਿੱਤਾ। ਭਾਵੇਂ ਉਹ ਫਿਰ ਫੜੇ ਵੀ ਗਏ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਉਸ ਚੀਜ਼ ਦਾ ਇਤਿਹਾਸ ਹੈ ਵੀ ਉੱਥੇ ਸ਼੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜੋਤ ਕਿਉਂ ਜਗਾਈ ਜਾਂਦੀ ਹੈ। ਇਹ ਸਿੱਖੀ ਦੀ ਹੋਂਦ ਦਾ ਜਿਹੜਾ ਹੈ ਪ੍ਰਤੱਖ ਪ੍ਰਮਾਣ ਸਿੱਖਾਂ ਨੇ ਉਸ ਸਮੇਂ ਵੀ ਦਿੱਤਾ ਵੀ ਅਸੀਂ ਗੁਰਧਾਮਾਂ ਦੀ ਬਹਾਲੀ ਵਾਸਤੇ ਅਜੇ ਜਿਉਂਦੇ ਹਾਂ। ਹੁਣ ਸਮਾਂ ਜਿਹੜਾ ਹੈ ਵੱਧਦਾ ਗਿਆ। ਬਾਬਾ ਦੀਪ ਸਿੰਘ ਦਾ ਸਮਾਂ ਅਸੀਂ ਪੜ੍ਹਦੇ ਹਾਂ। ਬਾਬਾ ਦੀਪ ਸਿੰਘ ਜੀ ਨੇ ਜਿਹੜਾ ਹੈ ਗੁਰਧਾਮਾਂ ਦੀ ਬਹਾਲੀ ਵਾਸਤੇ ਵੀ ਮੇਰੇ ਮਾਲਕਾ ਤੇਰੇ ਦਰ ਦੇ ਉੱਤੇ ਕੋਈ ਕੁਝ ਚੜ੍ਹਾ ਰਿਹਾ, ਕੋਈ ਕੁਝ ਭੇਟ ਚੜ੍ਹਾ ਰਿਹਾ, ਕੋਈ ਪ੍ਰਸ਼ਾਦ ਦੀ ਦੇਗ ਚੜ੍ਹਾ ਰਿਹਾ ਹੈ, ਪਰ ਮੈਂ ਹੁਣ ਅਰਦਾਸ ਕਰਕੇ ਤੁਰਨ ਲੱਗਾ, ਮੈਂ ਸੀਸ ਦੀ ਭੇਟ ਚੜ੍ਹਾਵਾਂਗਾ। ਤੇ ਜਦੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਹੁੰਦੇ ਨੇ ਉਸ ਸਮੇਂ ਗੁਰਧਾਮ ਬਹਾਲ ਹੁੰਦੇ ਨੇ। ਉਹ ਸਮਾਂ ਜਿਹੜਾ ਹੈ ਕੁਝ ਇਸੇ ਤਰੀਕੇ ਦੇ ਨਾਲ ਬਤੀਤ ਹੁੰਦਾ ਗਿਆ। ਵਿਖੜੇ ਪੈਣਿਆਂ ਦੇ ਵਿੱਚੋਂ ਜਦੋਂ ਕੌਮ ਉੱਭਰ ਕੇ ਸਾਹਮਣੇ ਆਈ ਨਾ, 12 ਮਿਸਲਾਂ ਜਿਹੜੀਆਂ ਨੇ ਕਾਇਮ ਹੋਈਆਂ। 12 ਮਿਸਲਾਂ ਜਿਹੜੀਆਂ ਨੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਅਕਾਲੀ ਫੂਲਾ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜਿਹੜੇ ਨੇ ਸ਼ਹੀਦ ਮਿਸਲ ਦੇ ਜਿਹੜੇ ਜਥੇਦਾਰ ਸਨ, ਸ਼ਹੀਦਾਂ ਮਿਸਲ ਦੇ। ਇਸੇ ਤਰੀਕੇ ਦੇ ਨਾਲ 12 ਮਿਸਲਾਂ ਜਿਹੜੀਆਂ ਨੇ ਕਾਇਮ ਹੋਈਆਂ। ਇਹਨਾਂ 12 ਮਿਸਲਾਂ ਨੇ ਆਪਣੀ ਹੋਂਦ ਨੂੰ ਬਚਾਉਂਦਿਆਂ ਹੋਇਆਂ ਉਧਰੋਂ ਮੁਗਲਾਂ ਦਾ ਵੀ ਬਹੁਤ ਜ਼ਿਆਦਾ ਖਤਰਾ ਇਹਨਾਂ ਦੇ ਉੱਤੇ ਸੀਗਾ। ਤੇ ਹੁਣ ਜਿਹੜੀ ਗੱਲ ਹੈ ਵੀ ਇਹਨਾਂ ਵਿਖੜਿਆਂ ਸਮਿਆਂ ਦੇ ਵਿੱਚ ਅਸੀਂ ਝਾਤ ਪਾਉਣੀ ਹੈ ਵੀ ਗੁਰਧਾਮਾਂ ਦੀ ਸੇਵਾ ਸੰਭਾਲ ਕਿਵੇਂ ਕੀਤੀ। ਇਹ ਤੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰ ਦਿੱਤਾ ਵੀ ਸਿੱਖਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਸਿੱਖਾਂ ਦੇ ਨਾਲ ਕੀ ਜਿਹੜਾ ਹੈ ਵਤੀਰਾ ਹੋਇਆ। ਉਹਦਾ ਪਿਛੋਕੜ ਅਸੀਂ ਦੇਖੀਏ ਤੇ ਸਾਰੇ ਗੁਰਧਾਮ ਉਸ ਸਮੇਂ ਸਨ ਤੇ ਸਾਰੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਹੈ ਉਸ ਸਮੇਂ ਮਹੰਤਾਂ ਦੇ ਕਬਜ਼ੇ ਦੇ ਵਿੱਚ ਆ ਗਈ। ਪਹਿਲਾਂ ਵੀ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਹੈ ਵੀ ਕੋਈ ਵੀ ਸੰਸਥਾ ਹੈ ਉਹਦੀ ਕੁਝ ਮਾੜੇ ਨੇ, ਕੁਝ ਚੰਗੇ ਨੇ। ਹੁਣ ਉਹਨਾਂ ਨੇ ਜਿਹੜਾ ਨਾ ਇਸ ਗੱਲ ਨੂੰ, ਕਿਉਂਕਿ ਉਹਨਾਂ ਦਾ ਵੀ ਸਾਰੀ ਕੌਮ ਰਿਣੀ ਹੈ ਵੀ ਉਹਨਾਂ ਨੇ ਉਸ ਸਮੇਂ ਗੁਰਧਾਮਾਂ ਦੀ ਸੇਵਾ ਕੀਤੀ, ਜਿਹੜੇ ਉਹਨਾਂ ਦੇ ਪੂਰਵਜ ਸਨ, ਬੜੇ ਸੋਹਣੇ ਤਰੀਕੇ ਦੇ ਨਾਲ ਨਿਭਾਈ। ਪਰ ਇੱਕ ਗੱਲ ਜਿਹੜੀ ਹੈ ਸਾਡੇ ਵਿੱਚ ਬ੍ਰਾਹਮਣੀਕਰਨ ਕਿਵੇਂ ਆਇਆ, ਉਹ ਇਸ ਕਰਕੇ ਆਇਆ ਹੈ ਵੀ ਉਸ ਸਮੇਂ ਜੇ ਕੋਈ ਸਿੱਧੀ ਟੱਕਰ ਲੈ ਰਿਹਾ ਸੀ ਮੁਗਲਾਂ ਦੇ ਨਾਲ ਤੇ ਉਹ ਸੀ ਸਿੱਖ, ਉਹ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਖਾਲਸਾ। ਕਿਉਂਕਿ ਹੋਰ ਧਰਮਾਂ ਦੇ ਨਾਲ ਜੇ ਉਸ ਸਮੇਂ ਦਾ ਵੱਡਾ ਧਰਮ ਮੰਨੀਏ ਤਾਂ ਹਿੰਦੂ ਧਰਮ ਸੀਗਾ ਤੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਟੱਕਰ ਨਹੀਂ ਲਈ। ਇਸ ਕਰਕੇ ਉਹਨਾਂ ਦੇ ਮੰਦਰਾਂ ਨੂੰ ਕੁਝ ਨਹੀਂ ਕਿਹਾ ਗਿਆ, ਕਿਉਂਕਿ ਉਹ ਸਮਾਂ 100 ਸਾਲ ਦਾ ਸਮਾਂ ਸਾਰਾ ਸਿੱਖਾਂ ਦੇ ਉੱਤੇ ਇਹਨਾਂ ਧਿਆਨ ਦਿੱਤਾ ਸੀ। ਤੇ ਇਸ ਗੱਲ ਨੂੰ ਬਚਾਉਣ ਦੇ ਲਈ ਉਹਨਾਂ ਮਹੰਤਾਂ ਨੇ ਗੁਰੂ ਘਰ ਦੇ ਵਿੱਚ ਵੀ
ਉਹ ਰੋਹ ਰੀਤਾਂ ਸ਼ੁਰੂ ਕਰ ਦਿੱਤੀਆਂ ਵੀ ਸਾਡੀ ਵੀ ਜਾਨ ਬਚੀ ਰਵੇ ਅਤੇ ਗੁਰਧਾਮ ਵੀ ਬਚੇ ਰਹਿਣ। ਕਿ ਉਸ ਸਮੇਂ ਇੱਕ ਗੱਲ ਦਾ ਐਲਾਨ ਕਰ ਦਿੱਤਾ ਗਿਆ ਸੀ, ਉਹ ਮੰਦਰਾਂ ਨੂੰ ਛੱਡ ਕੇ ਅਤੇ ਜਾਂ ਜਿੱਥੇ ਇਹ ਕਰਮ ਹੁੰਦੇ ਨੇ ਉਹਨਾਂ ਨੂੰ ਛੱਡ ਕੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਹੈ, ਸਿੱਖ ਹੈ, ਉਹਨੂੰ ਖਤਮ ਕਰ ਦਿੱਤਾ ਜਾਵੇ। ਉਹਨਾਂ ਨੇ ਇਸ ਚੀਜ਼ ਨੂੰ ਦ੍ਰਿਸ਼ਟਾਇਮਾਨ ਕੀਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਣ ਜਿਹੜਾ ਇਹਨਾਂ ਗੁਰਧਾਮਾਂ ਦੇ ਵਿੱਚ ਵੀ ਇਹ ਕਰਮ ਹੋਣੇ ਸ਼ੁਰੂ ਹੋ ਚੁੱਕੇ ਨੇ। ਇਹ ਉੱਥੋਂ ਹੀ ਸਾਡੀ ਸਿੱਖੀ ਦੇ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਤਾਂ ਹੀ ਅਸੀਂ ਜਿਹੜਾ ਹੈ ਇਹਨਾਂ ਬ੍ਰਾਹਮਣੀ ਕਰਮਾਂ ਦੇ ਵਿੱਚ ਪੈ ਚੁੱਕੇ ਸੀ। ਉਹਨਾਂ ਨੇ ਆਪਣੀ ਹੋਂਦ ਨੂੰ ਵੀ ਅਸੀਂ ਵੀ ਸਾਡੀਆਂ ਵੀ ਜਾਨਾਂ ਬਚੀਆਂ ਰਹਿਣ, ਨਹੀਂ ਤਾਂ ਸਾਨੂੰ ਮਾਰ ਦੇਣਗੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਸਿੱਖਾਂ ਦੇ ਉੱਤੇ ਜਿਹੜਾ ਸਿਧਾਂਤ ਦੇ ਉੱਤੇ ਪ੍ਰਪੱਖ ਦੇ ਤੌਰ ਦੇ ਉੱਤੇ ਪਹਿਰਾ ਦੇ ਰਹੇ ਹੋ। ਇਹ ਗੱਲਾਂ ਜਿਹੜੀਆਂ ਨੇ ਬੜੀਆਂ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਜਿਸ ਸਮੇਂ 12 ਮਿਸਲਾਂ ਬਣੀਆਂ, 12 ਮਿਸਲਾਂ ਜਿਸ ਸਮੇਂ ਇੱਕ ਹੋਈਆਂ ਤੇ ਉਹ ਸ਼ੁਕਰ ਚੱਕੀਆ ਮਿਸਲ ਜਿਹੜੀ ਹੈ ਉਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਹੈ ਉਹ ਰਾਜ ਸਥਾਪਿਤ ਕੀਤਾ ਗਿਆ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਧਰੋਂ ਮੁਗਲਾਂ ਦਾ ਜਿਹੜਾ ਹੈ ਪਤਨ ਹੋਣਾ ਸ਼ੁਰੂ ਹੋ ਗਿਆ ਤੇ ਅੰਗਰੇਜ਼ਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਸੀ। ਅੰਗਰੇਜ਼ 1604 ਦੇ ਵਿੱਚ ਹੀ ਭਾਰਤ ਦੇ ਵਿੱਚ ਆ ਚੁੱਕੇ ਸਨ। ਵੀ 1604 ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਹੈ ਨਾ, ਇਹ ਆਪਣੇ ਮਸਾਲਿਆਂ ਦਾ ਵਪਾਰ ਕਰਨ ਵਾਸਤੇ ਇੰਡੀਆ ਦੇ ਵਿੱਚ ਆ ਚੁੱਕੀ ਸੀ। ਇਹ ਹੌਲੀ ਹੌਲੀ ਜਦੋਂ ਭਾਰਤ ਨੂੰ ਕਬਜ਼ੇ ਦੇ ਵਿੱਚ ਲਿਆ ਨਾ ਇਹਨਾਂ ਨੇ, ਤੇ ਉਸ ਸਮੇਂ ਜਿਹੜਾ ਸਾਰਾ ਭਾਰਤ ਕਬਜ਼ੇ ਦੇ ਵਿੱਚ ਆ ਚੁੱਕਾ ਸੀ। ਸਿਰਫ ਇੱਕ ਲਾਹੌਰ, ਜੰਮੂ ਕਸ਼ਮੀਰ, ਪੰਜਾਬ ਦਾ ਸਾਰਾ ਇਲਾਕਾ ਇਹ ਜਿਹੜਾ ਹੈ ਬਚਿਆ ਹੋਇਆ ਸੀ। ਇਹ 100 ਸਾਲ ਜਿਹੜਾ ਹੈ ਆਜ਼ਾਦ ਰਿਹਾ। ਕਾਫੀ ਲੰਮਾ ਸਮਾਂ ਜਿਹੜਾ ਅੰਗਰੇਜ਼ਾਂ ਨੇ ਰਾਜ ਕੀਤਾ ਭਾਰਤ ਦੇ ਉੱਤੇ, ਪਰ ਬਹੁਤ ਥੋੜ੍ਹਾ ਸਮਾਂ ਪੰਜਾਬ ਦੇ ਉੱਤੇ ਰਾਜ ਕੀਤਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਬੜਾ ਡਟ ਕੇ ਮੁਕਾਬਲਾ ਇਹਨਾਂ ਦਾ ਕੀਤਾ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਹਿੰਦਿਆਂ ਹੋਇਆਂ ਕੋਈ ਪੰਜਾਬ ਵੱਲ ਅੱਖ ਵੀ ਕਰ ਦਿੰਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਤੇ ਉਸ ਤੋਂ ਬਾਅਦ ਜਿਹੜਾ ਹੈ ਕੀ ਘਟਨਾਕ੍ਰਮ ਸਾਰਾ ਵਾਪਰਿਆ ਸੀ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਾਂਗੇ ਕਿ ਕਿਵੇਂ ਜਿਹੜਾ ਇਹਨਾਂ ਮਹੰਤਾਂ ਦੀ ਜਿਹੜੀ ਹੈ ਲਾਲਸਾ ਕਿਵੇਂ ਵਧੀ, ਕਿਵੇਂ ਜਿਹੜਾ ਇਹਨਾਂ ਨੇ ਸਾਰਾ ਕੁਝ ਜਿਹੜਾ ਹੈ ਸਿਧਾਂਤ ਨੂੰ ਛਿੱਕੇ ਦੇ ਉੱਤੇ ਟੰਗ ਕੇ ਤੇ ਕੀ ਕੁਕਰਮ ਜਿਹੜੇ ਨੇ ਉਹ ਗੁਰਧਾਮਾਂ ਦੇ ਵਿੱਚ ਕੀਤੇ, ਤੇ ਕਿਵੇਂ ਜਿਹੜਾ ਹੈ ਸਿੱਖਾਂ ਨੇ ਇਹਨਾਂ ਦੀ ਬਹਾਲੀ ਵਾਸਤੇ ਮੁਹਿੰਮਾਂ ਚਲਾਈਆਂ। ਸੋ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਇਸ ਚੀਜ਼ ਦੀ ਵਿਚਾਰ ਕਰਾਂਗੇ ਜੀ। ਬੋਲਦਿਆਂ ਪਾਸੋਂ ਹੋਈਆਂ ਤੁਮ ਚੱਕਾਂ ਦੀ ਖਿਮਾ ਜੀ। ਅੰਤ ਨੂੰ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।